किसान भाईचारा पिछले कुछ दिनों तो दिल्ली बॉर्डर पर बैठा है और 3 कानूनों का विरोध कर रहा है लगातार और सरकार को गुजारिश कर रहा है कि 3 कानून वापस ले जान। हुण वड्डा सवाल यह पैदा होता है कि लोग वार-वार ये कहते हैं कि सिर्फ किसानों का मुद्दा है तो किसान ही टैकल करन, किसान ही हैंडल करन, पर कुछ तरह कहंदियां ने कि मुद्दा किसानों का नहीं है, ये आम लोगों का भी मुद्दा है, जन-जन का मुद्दा है। एक खास रिपोर्ट तुहानूं दस्सण जा रही हैं, दिखाण जा रही हैं, जो फैक्ट असीं तुहानूं दिखावांगे। यकीनन तौर पर यह दावा करते हैं कि इस रिपोर्ट नूं देखण तो बाद तुसीं खुद मनोगे कि यह मुद्दा किसानी का नहीं है, यह मुद्दा हर आम खास का मुद्दा है। इसे करके जंग किसान लड़ रहा है, साडे मुद्दे नूं भी लड़ किसान रहा, जबकि यह मुद्दा सारिਆਂ ਦਾ। ਜਿਹੜੇ 3 ਕਾਨੂੰਨਾਂ ਦੀ ਗੱਲ ਚੱਲ ਰਹੀ है कि 3 ਕਾਨੂੰਨ ਲਿਆਂਦੇ ਗਏ ਨੇ, ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਹੈ ਜਿਹੜਾ ਉਹਦਾ ਨਾਮ ਹੈ ਐਸੈਂਸ਼ੀਅਲ ਕਮੋਡਿਟੀਜ਼ ਐਕਟ 2020। ਕੀ ਹੈ ਜ਼ਰੂਰੀ ਵਸਤਾਂ ਕਾਨੂੰਨ 2020। ਪਹਿਲਾਂ ਇਹ ਸਮਝੋ ਕਿ ਜਿਹੜਾ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਇਹ ਹੈ ਕੀ ਹੈ ਔਰ ਇਹ ਆਮ ਲੋਕਾਂ ਨਾਲ ਕਿਵੇਂ ਜੁੜਦਾ ਹੈ। ਇੱਥੋਂ ਤੁਹਾਨੂੰ ਸਪਸ਼ਟ ਹੋ ਜਾਏਗਾ ਕਿ ਇਹ ਮੁੱਦਾ ਆਮ ਲੋਕਾਂ ਦਾ ਹੈ ਕਿ ਨਹੀਂ ਹੈ। ਸਾਲ 1955 ਚ ਜ਼ਰੂਰੀ ਵਸਤਾਂ ਕਾਨੂੰਨ ਦੇ ਵਿੱਚ ਸੋਧ ਲਿਆਂਦਾ ਗਿਆ ਬਿੱਲ। ਇਹ 1955 ਦੇ ਵਿੱਚ ਇੱਕ ਕਾਨੂੰਨ ਆਇਆ ਸੀਗਾ, ਉਸ ਨੂੰ ਸੋਧ ਕੇ ਸਤੰਬਰ ਦੇ ਵਿੱਚ ਸੰਸਦ ਨੇ ਇਸ ਨੂੰ ਪਾਸ ਕਰ ਦਿੱਤਾ। ਇਸ ਦੇ ਜ਼ਰੀਏ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਜਿਹੜੀ ਸੋਧ ਕੀਤੀ ਗਈ ਆ ਉਸ ਸੋਧ ਤੋਂ ਬਾਅਦ ਹੁਣ ਹੋਏਗਾ ਕੀ। ਇਸ ਦੇ ਜ਼ਰੀਏ ਅਨਾਜ, ਦਾਲਾਂ, ਤੇਲ ਵਾਲੇ ਬੀਜ, ਖਾਣਯੋਗ ਤੇਲ, ਪਿਆਜ਼ ਤੇ ਆਲੂ ਵਰਗੀਆਂ ਫਸਲਾਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਚੋਂ ਹਟਾ ਦਿੱਤਾ ਗਿਆ। ਹਾਲੇ ਤੱਕ ਇਹ ਜਿਹੜੀਆਂ ਵਸਤਾਂ ਸੀਗੀਆਂ ਇਹ ਜ਼ਰੂਰੀ ਵਸਤਾਂ ਦੀ ਸੂਚੀ ਸੀ। ਇਹਦਾ ਮਤਲਬ ਇਹ ਸੀਗਾ ਇਹਨਾਂ ਨੂੰ ਕੋਈ ਭੰਡਾਰਨ ਨਹੀਂ ਕਰ ਸਕਦਾ ਸੀਗਾ, ਇਹਨਾਂ ਦੇ ਉੱਤੇ ਕੈਪ ਲੱਗੀ ਹੋਈ ਸੀ। ਗਵਰਨਮੈਂਟ ਦਾ ਇੱਕ ਕਹਿ ਸਕਦੇ ਸੀਗੇ ਕਿ ਹੱਥ ਸੀਗਾ ਵੀ ਇਹਨੂੰ ਕੋਈ ਭੰਡਾਰਨ ਨਹੀਂ ਕਰ ਸਕਦਾ। ਭੰਡਾਰਨ ਜੇ ਹੋ ਜਾਂਦੀਆਂ ਇਹ ਚੀਜ਼ਾਂ ਤਾਂ ਬਾਅਦ ਦੇ ਵਿੱਚ ਮਹਿੰਗੇ ਭਾਅ ਵੇਚੀਆਂ ਜਾ ਸਕਦੀਆਂ। ਹੁਣ ਸਰਕਾਰ ਕਹਿੰਦੀ ਹੈ ਕਿ ਤੁਸੀਂ ਇਹਦਾ ਭੰਡਾਰਨ ਕਰ ਸਕਦੇ ਹੋ। ਕਿਹਨਾਂ ਚੀਜ਼ਾਂ ਦਾ? ਅਨਾਜ, ਜਿਹਦੇ ਵਿੱਚ ਕਣਕ ਵੀ ਹੈ, ਝੋਨਾ ਵੀ ਹੈ, ਬਾਕੀ ਸਾਰੇ ਅਨਾਜ ਵੀ ਨੇ, ਦਾਲਾਂ, ਤੇਲ ਵਾਲੇ ਬੀਜ, ਖਾਣਯੋਗ ਤੇਲ, ਪਿਆਜ਼, ਆਲੂ ਵਰਗੀਆਂ ਫਸਲਾਂ ਜ਼ਰੂਰੀ ਵਸਤਾਂ ਦੀ ਸੂਚੀ ਚੋਂ ਹਟਾ ਦਿੱਤੀਆਂ ਗਈਆਂ, ਯਾਨੀ ਕਿ ਤੁਸੀਂ ਜਿੰਨਾ ਮਰਜ਼ੀ ਇਹਨਾਂ ਦਾ ਭੰਡਾਰਨ ਕਰ ਸਕਦੇ ਹੋ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਇਹਨਾਂ ਵਸਤਾਂ ਦੇ ਭੰਡਾਰਨ ਜਾਂ ਜਮ੍ਹਾਂ ਕਰਨ ਦੀ ਹੱਦ ਤੇ ਸਰਕਾਰ ਦਾ ਕੰਟਰੋਲ ਬਿਲਕੁਲ ਨਹੀਂ ਹੋਏਗਾ, ਜਿੰਨਾ ਮਰਜ਼ੀ ਭੰਡਾਰ ਕਰੋ। ਹਾਲਾਂਕਿ ਨਾਰੀ ਇਹ ਵੀ ਕਿਹਾ ਗਿਆ ਕਿ ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਭਾਰਤ ਵਿੱਚ ਖਾਣ ਦੀਆਂ ਚੀਜ਼ਾਂ ਦੀ ਪਹਿਲਾਂ ਘਾਟ ਸੀ, ਹੁਣ ਘਾਟ ਨਹੀਂ ਹੈ, ਇਸ ਕਰਕੇ ਇਸ ਤੇ ਕੋਈ ਵੀ ਕੈਪ ਨਹੀਂ ਲਗਾਇਆ ਜਾ ਰਿਹਾ। ਕਿਸਾਨ ਕੀ ਕਹਿੰਦੇ ਨੇ ਹੁਣ ਇਹ ਵੀ ਸੁਣ ਲਓ। ਕਿਸਾਨ ਕਹਿੰਦੇ ਨੇ ਕਿ ਵੱਡੇ ਉਦਯੋਗਪਤੀਆਂ ਦੀ ਖੇਤੀਬਾੜੀ ਦੇ ਵਿੱਚ ਐਂਟਰੀ ਛੋਟੇ ਕਿਸਾਨ, ਛੋਟੀਆਂ ਮੰਡੀਆਂ, ਛੋਟੇ ਵਪਾਰੀਆਂ ਨੂੰ ਖਤਮ ਕਰ ਦੇਗੀ। ਨਿੱਜੀ ਖੇਤਰ ਦੀਆਂ ਕੰਪਨੀਆਂ ਕਿਸਾਨਾਂ ਤੋਂ ਵੱਡੀ ਤਾਦਾਦ ਦੇ ਵਿੱਚ ਘੱਟ ਕੀਮਤ ਤੇ ਫਸਲਾਂ ਖਰੀਦ ਕੇ ਉਸ ਦਾ ਭੰਡਾਰਨ ਕਰਨਗੀਆਂ। ਬਾਜ਼ਾਰ ਦੇ ਵਿੱਚ ਚੀਜ਼ਾਂ ਦੀ ਘਾਟ ਹੋਣ ਤੇ ਉਸ ਨੂੰ ਵੱਧ ਕੀਮਤ ਤੇ ਵੇਚਣਗੀਆਂ। ਆਮ ਉਪਭੋਗਤਾ ਨੂੰ ਵੀ ਇਸ ਦਾ ਵੱਡਾ ਫਰਕ ਪਏਗਾ ਕਿਉਂਕਿ ਖਾਣ ਪੀਣ ਦੀਆਂ ਵਸਤਾਂ ਦੇ ਰੇਟ ਦੇ ਵਿੱਚ ਇਜ਼ਾਫਾ ਹੋਏਗਾ, ਮਹਿੰਗਾਈ ਵਧੇਗੀ। ਯਕੀਨਨ ਤੌਰ ਤੇ ਜਦੋਂ ਅਡਾਨੀ ਅੰਬਾਨੀ ਹੋਰਾਂ ਦਾ ਨਾਂ ਲਿਆ ਜਾਂਦਾ ਹੈ, ਜਦੋਂ ਇਹ ਲੋਕ ਮਾਰਕੀਟ ਤੋਂ ਚੀਜ਼ਾਂ ਚੁੱਕ ਲੈਣਗੇ, ਸਿੱਧਾ ਕਿਸਾਨਾਂ ਤੋਂ ਇਹ ਚੀਜ਼ਾਂ ਚੁੱਕ ਲੈਣਗੇ ਕਿਉਂਕਿ ਗਵਰਨਮੈਂਟ ਕਹਿੰਦੀ ਹੈ ਕਿ ਹੁਣ ਸਾਡੀ ਕੋਈ ਰੋਕ ਨਹੀਂ, ਜਿੰਨਾ ਮਰਜ਼ੀ ਖਰੀਦੋ। ਜਦੋਂ ਇਹ ਵੱਡੇ ਭੰਡਾਰਨ ਇਹਨਾਂ ਚੀਜ਼ਾਂ ਦੇ ਕਰ ਦੇਣਗੇ, ਮਾਰਕੀਟ ਦੇ ਵਿੱਚ ਰੇੜੀਆਂ ਫੜੀਆਂ ਤੇ ਤੁਸੀਂ ਜਦੋਂ ਸਬਜ਼ੀਆਂ ਲੈਣ ਜਾਂਦੇ ਹੋ, ਫਰੂਟ ਲੈਣ ਜਾਂਦੇ ਹੋ, ਉਹ ਤੁਹਾਨੂੰ ਜਦੋਂ ਨਹੀਂ ਮਿਲੇਗਾ ਤੇ ਤੁਹਾਨੂੰ ਮਿਲੇਗਾ ਕਿੱਥੇ? ਮਿਲੇਗਾ ਰਿਲਾਇੰਸ ਜੀਓ ਦੇ ਮॉल ਦੇ ਵਿੱਚ ਜਾ ਕੇ, ਜੀਓ ਫਰੈਸ਼ ਦੇ ਮॉल ਦੇ ਵਿੱਚ ਜਾ ਕੇ। ਆਨਲਾਈਨ ਜਿਹੜੀਆਂ ਚੱਲ ਰਹੀਆਂ ਨੇ ਐਪਸ ਚੱਲ ਰਹੀਆਂ ਨੇ ਕਿ ਤੁਹਾਡੇ ਘਰ ਤੱਕ ਗਰੋਸਰੀ ਪਹੁੰਚਾਵਾਂਗੇ, ਤੁਹਾਡੇ ਘਰ ਤੱਕ ਫਰੂਟਸ ਵੈਜੀਟੇਬਲਸ ਪਹੁੰਚਾਵਾਂਗੇ, ਉਹਨਾਂ ਦੇ ਜ਼ਰੀਏ ਤੁਹਾਨੂੰ ਇਹ ਸਭ ਕੁਝ ਖਰੀਦਣਾ ਪਏਗਾ। ਤਾਂ ਸਹਿਜੇ ਅੰਦਾਜ਼ਾ ਲਾਓ ਕਿ ਕਿੰਨੀ ਵੱਧ ਕੀਮਤ ਦੇ ਵਿੱਚ ਤੁਹਾਨੂੰ ਇਹ ਸਭ ਕੁਝ ਮਿਲੇਗਾ। ਅੱਜ ਤੁਸੀਂ ਘਰੋਂ ਬਾਹਰ ਕਦਮ ਰੱਖਦੇ ਹੋ, ਰੇੜੀਆਂ ਫੜੀਆਂ ਤੇ ਜਿਹੜੀਆਂ ਸਬਜ਼ੀਆਂ ਤੁਸੀਂ ਦੇਖਦੇ ਹੋ, ਇਹ ਜਦੋਂ ਕਾਨੂੰਨ ਲਾਗੂ ਹੋ ਗਿਆ ਤਾਂ ਕਿਸਾਨ ਕਹਿੰਦੇ ਨੇ ਰੇੜੀਆਂ ਫੜੀਆਂ ਤੁਹਾਨੂੰ ਮਿਲਣਗੀਆਂ ਨਹੀਂ, ਕਿਉਂਕਿ ਸਾਰੀਆਂ ਸਬਜ਼ੀਆਂ, ਸਾਰਾ ਅਨਾਜ ਹੈ ਜਿਹੜਾ ਵੱਡੇ ਘਰਾਣੇ ਖਰੀਦ ਲੈਣਗੇ, ਬਲਕ ਦੇ ਵਿੱਚ ਖਰੀਦਣਗੇ। ਕੌਣ ਰੇੜੀ ਵਾਲਾ ਜਾ ਕੇ ਧੱਕੇ ਖਾਂਦਾ ਫਿਰੇਗਾ ਸੜਕਾਂ ਤੇ ਜਦੋਂ ਇੱਕ ਕੋਈ ਵੱਡਾ ਵਪਾਰੀ ਕਹੇਗਾ ਮੈਂ ਪੂਰੀ ਦੀ ਪੂਰੀ ਤੇਰੀ ਰੇੜੀ ਖਰੀਦ ਲੈਣਾ, ਰੇੜੀ ਤੋਂ ਲਏਗਾ 5 ਰੁਪਏ ਕਿਲੋ ਭਾਅ, ਆਪ ਭੰਡਾਰਨ ਕਰੇਗਾ ਤੇ ਗਾਹਕ ਨੂੰ ਦੇਗਾ 10 ਰੁਪਏ ਕਿਲੋ ਭਾਅ। ਇਹ ਹੀ ਜਿਹੜਾ ਖਦਸ਼ਾ, ਇਹ ਸਭ ਤੋਂ ਵੱਡਾ ਖਦਸ਼ਾ ਹੈ ਕਿ ਇਹ ਕਾਨੂੰਨ ਜਿਹੜਾ ਇਹ ਸਿੱਧਾ ਉਪਭੋਗਤਾ ਨਾਲ ਜੁੜਿਆ ਹੋਇਆ, ਕਸਟਮਰ ਨਾਲ ਜੁੜਿਆ ਹੋਇਆ, ਸਿੱਧਾ ਖਪਤਕਾਰ ਨਾਲ ਜੁੜਿਆ ਹੋਇਆ, ਜਿਸ ਨੂੰ ਵੱਡਾ ਫਰਕ ਪਏਗਾ। ਇੱਕ ਛੋਟੀ ਜਿਹੀ ਉਦਾਹਰਨ ਵੀ ਤੁਹਾਨੂੰ ਦਿਖਾਉਂਦੇ ਆ। ਇਹ ਮੈਂ ਆਪਣੇ ਲੈਪਟਾਪ ਤੇ ਖੋਲਿਆ ਜੀਓ ਮਾਰਟ, ਇਹ ਰਿਲਾਇੰਸ ਵਾਲਿਆਂ ਦਾ ਜੀਓ ਮਾਰਟ ਹੈ ਜਿਹੜਾ ਆਨਲਾਈਨ ਹੈ। ਇੱਥੇ ਰੇਟ ਵੀ ਤੁਹਾਨੂੰ ਦੱਸ ਦਿੰਦੇ ਆ, ਹਰ ਚੀਜ਼ ਇੱਥੇ ਹੈ, ਸਬਜ਼ੀਆਂ ਤੋਂ ਲੈ ਕੇ, ਦਾਲਾਂ ਤੋਂ ਲੈ ਕੇ, ਫਰੂਟਸ ਤੋਂ ਲੈ ਕੇ, ਦੁਨੀਆ ਦੀ ਕੋਈ ਵੀ ਚੀਜ਼ ਕਹੋਗੇ ਤੁਹਾਨੂੰ ਇੱਥੇ ਮਿਲੇਗੀ, ਜਿਹੜੀ ਰੋਜ਼ਮर्रा ਅਸੀਂ ਵਰਤਦੇ ਹਾਂ ਚੀਜ਼ਾਂ ਉਹਨਾਂ ਦੇ ਵਿੱਚ। ਹੁਣ ਇਹ ਸਾਰੀਆਂ ਚੀਜ਼ਾਂ ਇੱਥੇ ਵੀ ਅਵੇਲੇਬਲ ਨੇ ਤੇ ਤੁਹਾਡੇ ਕੋਲ ਮੰਡੀ 'ਚ ਵੀ ਅਵੇਲੇਬਲ। ਹਾਲੇ ਤੁਹਾਡੇ ਕੋਲ ਚੋਇਸ ਹੈ, ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ, ਤੁਸੀਂ ਮੰਡੀ 'ਚ ਵੀ ਖਰੀਦ ਸਕਦੇ ਹੋ। ਕਿਸਾਨ ਕਹਿੰਦੇ ਨੇ ਕਿ ਜਦੋਂ ਇਹ ਕਾਨੂੰਨ ਬਣ ਗਿਆ ਨਾ ਫਿਰ ਸਾਡੇ ਕੋਲ ਚੋਇਸ ਨਹੀਂ ਰਹਿਣੀ, ਹੁਣ ਫਿਰ ਸਾਡੇ ਕੋਲ ਖਰੀਦਣਾ ਸਾਨੂੰ ਇੱਥੋਂ ਹੀ ਪੈਣਾ। ਤੁਹਾਨੂੰ ਆਨਲਾਈਨ ਖਰੀਦਣਾ ਪੈਣਾ ਜਾਂ ਮਾਲ ਜਾ ਕੇ ਖਰੀਦਣਾ ਪੈਣਾ, ਤੁਹਾਨੂੰ ਰੇੜੀਆਂ ਫੜੀਆਂ ਨਜ਼ਰ ਨਹੀਂ ਆਉਣਗੀਆਂ। ਇਹ ਖਦਸ਼ਾ। ਹੁਣ ਇੱਕ ਸਹਿਜ ਅੰਦਾਜ਼ਾ ਲਾਓ, ਇੱਥੇ ਪਿਆਜ਼ ਹੈ 49 ਰੁਪਏ ਕਿਲੋ, ਟਮਾਟਰ ਹੈ 34 ਰੁਪਏ ਕਿਲੋ। ਇਹ ਸਾਰੇ ਰੇਟ ਨੇ ਜਿਹੜੇ ਇਹ ਜੀਓ ਮਾਰਟ ਨੇ ਉਪਲਬਧ ਕਰਾਏ ਨੇ। ਗੋਭੀ ਕਿਲੋਆਂ ਦੇ ਹਿਸਾਬ ਨਾਲ ਨਹੀਂ ਹੈ, ਪੀਸ ਦੇ ਹਿਸਾਬ ਨਾਲ ਹੈ।
19 ਰੁਪਏ ਦਾ ਇੱਕ ਪੀਸ ਮਿਲੇਗਾ ਗੋਭੀ ਦਾ, ਵਾਧੂ ਨਹੀਂ ਮਿਲੇਗਾ। 54 ਰੁਪਏ ਕਿਲੋ ਘੀਆ, ਗਾਜਰ 40 ਰੁਪਏ ਕਿਲੋ ਗਾਜਰ ਹੈ। ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਨੇ। ਛੱਲੀ ਇੱਕ ਪੀਸ ਕਿਲੋਆਂ ਦੇ ਹਿਸਾਬ ਨਾਲ ਨਹੀਂ, ਇੱਕ ਪੀਸ 16 ਰੁਪਏ ਦਾ। ਫਿਰ ਇਸੇ ਕਰਕੇ ਕਿਸਾਨਾਂ ਨੂੰ ਖਦਸ਼ਾ ਕਿ ਇਹ ਚੀਜ਼ਾਂ ਤੁਹਾਨੂੰ ਕਿਲੋਆਂ ਦੇ ਹਿਸਾਬ ਨਾਲ ਨਹੀਂ, ਫਿਰ ਪੀਸਾਂ ਦੇ ਹਿਸਾਬ ਨਾਲ ਮਿਲਣਗੀਆਂ। ਮੇਰੇ ਨਾਲ ਮੇਰੀ ਸਹਿਯੋਗੀ ਅਮਨਪ੍ਰੀਤ ਬਣੇ ਹੋਏ ਨੇ, ਮੰਡੀ 'ਚ ਉਹਨਾਂ ਨੂੰ ਭੇਜਿਆ ਗਿਆ ਵੀ ਚਲੋ ਆਪਾਂ ਨੂੰ ਰੇਟਾਂ ਦਾ ਫਰਕ ਦੇਖ ਲੈਂਦੇ ਹਾਂ। ਔਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ, ਇਹ ਰੇਟ ਦਾ ਫਰਕ ਉਦੋਂ ਹੈ ਜਦੋਂ ਸਰਕਾਰ ਦੀ ਕੈਪ ਲੱਗੀ ਹੋਈ ਹੈ। ਸਰਕਾਰ ਹਜੇ ਇਹ ਕਾਨੂੰਨ ਲਾਗੂ ਨਹੀਂ ਹੋਏ, ਉਸ ਤੋਂ ਪਹਿਲਾਂ ਤੇ ਇਹ ਰੇਟਾਂ ਦੇ ਵਿੱਚ ਫਰਕ ਹੋਏਗਾ। ਜੇ ਹੋਏਗਾ ਤੇ ਤੁਸੀਂ ਇਹ ਅੰਦਾਜ਼ਾ ਲਾਓ, ਜਦੋਂ ਇਹ ਕਾਨੂੰਨ ਲਾਗੂ ਹੋ ਗਏ, ਜਦੋਂ ਭੰਡਾਰਨ ਹੋਣ ਲੱਗ ਗਿਆ ਤਾਂ ਇਹ ਰੇਟ ਕਿੱਥੇ ਪਹੁੰਚ ਜਾਣਗੇ। ਅਮਨ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? जी हाँ बिल्कुल हरप्रीत जी। ਅਮਨ, ਅਸੀਂ ਜੀਓ ਮਾਰਟ ਦਾ ਜਿਹੜਾ ਵੈਬ ਪੇਜ ਆ ਉਹ ਖੋਲਿਆ ਹੋਇਆ। ਇੱਥੇ ਰੇਟ ਨੇ ਜਿਹੜੇ ਤੇ ਮੰਡੀ ਦੇ ਰੇਟ ਆ, ਥੋੜਾ ਜਿਹਾ ਕੰਪੈਰੀਜ਼ਨ ਕਰਨਾ ਚਾਹੁੰਦੇ ਆ। ਵੈਸੇ ਫਰਕ ਜ਼ਿਆਦਾ ਹੋਏਗਾ ਨਹੀਂ ਕਿਉਂਕਿ ਹਲੇ ਤੱਕ ਕਾਨੂੰਨ ਲਾਗੂ ਨਹੀਂ ਹੋਏ। ਪਿਆਜ਼ ਇੱਥੇ 49 ਰੁਪਏ ਕਿਲੋ ਹੈ, ਟਮਾਟਰ 34 ਰੁਪਏ ਕਿਲੋ ਹੈ, ਗੋਭੀ 19 ਰੁਪਏ ਦਾ ਇੱਕ ਪੀਸ ਹੈ। ਤੁਸੀਂ ਮੰਡੀ 'ਚ ਪਤਾ ਕਰੋ ਜਰਾ ਪਹਿਲਾਂ ਪਿਆਜ਼, ਟਮਾਟਰ ਤੇ ਆਲੂ ਦਾ ਕੀ ਰੇਟ ਹੈ। ਆਪਣੇ ਦਰਸ਼ਕਾਂ ਨੂੰ ਥੋੜੇ ਜਿਹੇ ਚਾਨਣਾ ਪਾਈਏ। जी ਅਸੀਂ ਇਸ ਵੇਲੇ ਦੱਸਣਾ ਚਾਹਾਂਗੇ ਜੇ ਅਸੀਂ ਆਲੂ ਤੇ ਟਮਾਟਰ ਦੀ ਗੱਲ ਕੀਤੀ ਜਾਵੇ ਕਿ ਪਿਆਜ਼ ਦੀ ਗੱਲ ਕੀ ਸਾਡੇ ਨਾਲ ਮੌਜੂਦ ਹੈ। ਭਈਆ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਹੜਾ ਪਿਆਜ਼ ਹੈ ਅਗਰ ਆਨਲਾਈਨ ਲੈਂਦੇ ਹੈ ਤੇ ਕਾਫੀ ਮਹਿੰਗਾ ਮਿਲਦਾ ਹੈ। ਅਗਰ ਗੱਲ ਕੀਤੀ ਜਾਵੇ ਤੁਹਾਡੇ ਕੋਲ ਅਗਰ ਕਿਲੋ ਦੇ ਹਿਸਾਬ ਨਾਲ ਪਿਆਜ਼ ਦਾ ਕੀ ਰੇਟ ਹੈ? प्याज 40 रुपये है जी, किलो 40 रुपये जी जी। 5 किलो 160 के। ਆਲੂ ਕਿੰਨੇ ਰੁਪਏ ਕਿਲੋ ਹੈ? 20 रुपये किलो। ਤੁਸੀਂ ਹਰਪ੍ਰੀਤ ਜੀ ਸੁਣਿਆ ਕਿ 20 ਰੁਪਏ ਕਿਲੋ ਆਲੂ ਹੈ ਤੇ ਹਿਸਾਬ ਜਿਹੜਾ ਕਿ ਕਿਲੋਆਂ ਦੇ ਹਿਸਾਬ ਦੇ ਨਾਲ ਅਗਰ ਹੁਣ ਅਸੀਂ ਇਹਨਾਂ ਦੇ ਕੋਲ ਇੱਕ ਮਟਰ ਤੇ ਗਾਜਰ ਦੇ ਵੀ ਇੱਥੇ ਜਿਹੜੇ ਕਿ ਮੌਜੂਦ ਹੈ। ਭਾਜੀ ਤੁਹਾਡੇ ਕੋਲ ਜਾਣਨਾ ਚਾਹਾਂਗੇ ਅਗਰ ਗੱਲ ਕੀਤੀ ਜਾਵੇ ਮਟਰ ਦੀ ਤਾਂ ਇੱਕ ਕਿਲੋ ਦੇ ਹਿਸਾਬ ਦੇ ਨਾਲ ਅਗਰ ਗੱਲ ਕੀਤੀ ਜਾਵੇ ਤਾਂ ਮਟਰ ਇਸ ਵੇਲੇ ਕਿੰਨੇ ਰੁਪਏ ਕਿਲੋ ਵਿਕ ਰਹੇ ਨੇ? 20 ਰੁਪਏ ਕਿਲੋ ਵਿਕ ਰਹੇ ਨੇ। ਔਰ ਅਗਰ ਗਾਜਰਾਂ ਦੀ ਗੱਲ ਕੀਤੀ ਜਾਵੇ ਤਾਂ ਗਾਜਰਾਂ ਦਾ ਕੀ ਰੇਟ ਹੈ? सेम रेट है 20 रुपये किलो। ਹਾਂ ਜੀ ਹਰਪ੍ਰੀਤ ਜੀ ਦੱਸਣਾ ਚਾਹਾਂਗੇ ਕਿ ਅਗਰ ਗੱਲ ਕੀਤੀ ਜਾਵੇ ਮਟਰ ਦੀ ਤਾਂ ਜੇ ਅਗਰ 1 ਕਿਲੋ 20 ਰੁਪਏ ਦੇ ਮਿਲ ਰਹੇ ਨੇ ਔਰ 2 ਕਿਲੋ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਵੀ ਰੇਟ ਘੱਟ ਕਰ ਦਿੱਤਾ ਜਾਂਦਾ ਹੈ ਕਿਉਂਕਿ ਕੰਸੈਸ਼ਨਸ ਵੀ ਦਿੱਤੇ ਜਾਂਦੇ ਨੇ। ਔਰ ਇਸ ਦੇ ਨਾਲ ਹੀ ਨਾਲ ਅਗਰ ਕੁਆਲਿਟੀ ਦੀ ਗੱਲ ਕੀਤੀ ਜਾਵੇ ਤਾਂ ਟੋਟਲੀ ਫਰੈਸ਼ ਜਿਹੜਾ ਮਾਲ ਮੰਡੀ ਵਿੱਚ ਵੇਖਣ ਨੂੰ ਮਿਲਦਾ ਕਿਉਂਕਿ ਜਦੋਂ ਅਸੀਂ ਮੰਡੀ ਵਿੱਚ ਆਉਂਦੇ ਹਾਂ ਸਾਨੂੰ ਹਮੇਸ਼ਾ ਇੱਕ ਉਹ ਹੁੰਦੀ ਹੈ ਕਿ ਸਾਨੂੰ ਫਰੈਸ਼ ਤੇ ਇੱਕਦਮ ਸਾਫ਼ ਸੁਥਰਾ ਜਿਹੜਾ ਕਿ ਸਮਾਨ ਦਿੱਤਾ ਜਾਵੇ। ਅਗਰ ਗੋਭੀ ਦੀ ਤਾਂ ਗੋਭੀ ਦਾ ਇੱਕ ਅਗਰ ਕਿਲੋ ਦੇ ਹਿਸਾਬ ਨਾਲ ਕਿੰਨੇ ਰੁਪਏ ਕਿਲੋ ਗੋਭੀ ਮਿਲ ਰਹੀ ਹੈ? 15 20 10 तक है, 10 भी है, 15 भी है, 20। 10 रुपए किलो गोभी भी मिल रही है और 15-20 किलो दी गोभी भी है। 10 ਰੁਪਏ ਕਿਲੋ ਗੋਭੀ ਮਿਲ ਰਹੀ ਤੇ ਇੱਥੇ 19 ਰੁਪਏ ਦਾ ਇੱਕ ਪੀਸ ਮਿਲ ਰਿਹਾ। ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਰੇਟ ਦਾ ਫਰਕ ਕਿੰਨਾ ਹੈ। 19 ਰੁਪਏ ਦਾ ਇੱਕ ਪੀਸ ਗੋਭੀ ਦਾ ਤੇ ਮੰਡੀ ਦੇ ਵਿੱਚ 10 ਰੁਪਏ ਕਿਲੋ। ਆਲੂ ਦਾ ਵੀ ਰੇਟ ਤੁਹਾਨੂੰ ਦੱਸਦੇ ਆ ਇੱਥੇ ਕਿੰਨਾ ਹੈ ਔਰ ਮੰਡੀ ਦੇ ਵਿੱਚ ਕਿੰਨਾ ਹੈ। ਇਹ ਫਰਕ ਜਿਹੜਾ ਇੱਥੇ ਆਲੂ ਹੈ 42 ਰੁਪਏ ਕਿਲੋ। ਕੈਮਰਾ ਮੈਨੂੰ ਕਹਾਂਗਾ ਜਰਾ ਧਿਆਨ ਨਾਲ ਦਿਖਾਵੇ। ਆਲੂ ਪੋਟੈਟੋ ਪਰ ਕੇਜੀ 42 ਰੁਪਏ ਹੈ, ਮੰਡੀ ਦੇ ਵਿੱਚ ਇਹਦਾ ਭਾਅ ਹੈ 20 ਰੁਪਏ। ਦੁੱਗਣੇ ਰੇਟ ਦੇ ਵਿੱਚ ਇਹ ਜੀਓ ਦੇ ਮਾਲ ਤੋਂ ਮਿਲ ਰਹੀ ਹੈ। ਇਹ ਉਦੋਂ ਮਿਲ ਰਹੀ ਹੈ ਜਦੋਂ ਇਹ ਦੋਨੋਂ ਆਪਸ਼ਨ ਨੇ, ਜਦੋਂ ਇਹ ਮੰਡੀ ਵੀ ਹੈਗੀ ਹੈ, ਜਦੋਂ ਇਹ ਕਾਨੂੰਨ ਲਾਗੂ ਨਹੀਂ ਹੋਇਆ। ਤਾਂ ਤੁਸੀਂ ਅੰਦਾਜ਼ਾ ਲਾਓ ਜਦੋਂ ਇਹ ਮੰਡੀਆਂ ਨਹੀਂ ਰਹਿਣੀਆਂ, ਜਦੋਂ ਇਹ ਰੇੜੀਆਂ ਨਹੀਂ ਰਹਿਣੀਆਂ ਤੇ ਮਾਲ ਦੇ ਵਿੱਚ ਜਾ ਕੇ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋ ਜਾਣੀਆਂ, ਉਸ ਤੋਂ ਵੀ ਵੱਧ। ਔਰ ਜਿਹੜੀ ਅਮਨ ਨੇ ਗੱਲ ਕੀਤੀ ਹੈ ਕਿ ਇੱਥੇ ਭਾਅ ਤੋਲ ਮੋਲ ਵੀ ਕਰ ਦਿੱਤਾ ਜਾਂਦਾ। ਤੁਸੀਂ 2 ਕਿਲੋ ਇਕੱਠੀ ਲੈਣੀ ਹੈ ਤਾਂ 5-7 ਰੁਪਏ ਹੋਰ ਘੱਟ ਕਰ ਦਿੱਤੇ ਜਾਂਦੇ ਨੇ, ਤੁਹਾਡੀ ਬਾਰਗੇਨਿੰਗ ਵੀ ਹੋ ਜਾਂਦੀ ਹੈ। ਇੱਥੇ ਜੋ ਰੇਟ ਲਿਖਿਆ ਹੋਇਆ ਉਹੀ ਰੇਟ ਤੁਹਾਨੂੰ ਮਿਲੇਗਾ। ਇੱਥੋਂ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਜੇਕਰ ਇਹ ਹਾਲਾਤ ਰਹੇ, ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ, ਜ਼ਰੂਰੀ ਵਸਤਾਂ ਕਾਨੂੰਨ ਲਾਗੂ ਹੋ ਜਾਂਦਾ ਹੈ ਤੇ ਜੇਕਰ ਅਨਾਜ, ਦਾਲਾਂ, ਤੇਲ ਵਾਲੇ ਬੀਜ, ਖਾਣਯੋਗ ਤੇਲ, ਪਿਆਜ਼ ਤੇ ਆਲੂ ਵਰਗੀਆਂ ਸਬਜ਼ੀਆਂ ਦੇ ਉੱਤੋਂ ਜਿਹੜੀ ਰੋਕ ਹਟਾ ਦਿੱਤੀ ਜਾਂਦੀ ਹੈ, ਜ਼ਰੂਰੀ ਵਸਤਾਂ ਦੀ ਸੂਚੀ ਦੇ ਵਿੱਚੋਂ ਇਹਨਾਂ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਇਹਨਾਂ ਦਾ ਭੰਡਾਰਨ ਕਰਨ ਦੀ ਖੁੱਲੀ ਛੋਟ ਹੋਏਗੀ। ਜਿਹੜਾ ਮਰਜ਼ੀ ਵਪਾਰੀ ਬਲਕ ਦੇ ਵਿੱਚ ਇਹ ਚੀਜ਼ਾਂ ਖਰੀਦ ਕੇ ਭੰਡਾਰਨ ਕਰ ਸਕੇਗਾ ਤੇ ਉਹਦੀ ਮਰਜ਼ੀ ਹੋਏਗੀ ਉਹ ਭਾਵੇਂ ਸ਼ਾਪਿੰਗ ਮਾਲ ਦੇ ਵਿੱਚ ਵੇਚੇ, ਉਹ ਦੁਕਾਨ ਤੇ ਵੇਚੇ, ਉਹਦੀ ਮਰਜ਼ੀ ਹੋਏਗੀ ਜਿਹੜਾ ਮਰਜ਼ੀ ਭਾਅ ਨਿਰਧਾਰਿਤ ਕਰੇ। ਸਰਕਾਰ ਕੁਝ ਨਹੀਂ ਕਹਿ ਸਕਦੀ ਕਿ ਇਹ ਰੇਟ ਇਹ ਨਹੀਂ ਲਾਣਾ ਤੇ ਇਹ ਲਾਣਾ। ਪਹਿਲਾਂ ਸਰਕਾਰ ਇਹ ਕਹਿ ਸਕਦੀ ਸੀ ਕਿ ਨਹੀਂ ਤੁਸੀਂ ਇਹ ਰੇਟ ਨਹੀਂ ਲਾਣਾ, ਤੁਸੀਂ ਇਹਦਾ ਭੰਡਾਰਨ ਨਹੀਂ ਕਰਨਾ। ਕਿਸਾਨ ਇਸੇ ਕਰਕੇ ਆਪਣੀ ਲੜਾਈ ਦੇ ਨਾਲ ਨਾਲ ਸਾਡੇ ਸਭ ਦੀ ਵੀ ਲੜਾਈ ਲੜ ਰਿਹਾ। 2 ਕਾਨੂੰਨ ਉਹਦੇ ਆਪਣੇ ਨੇ, ਇਹ ਕਾਨੂੰਨ ਹੈ ਜਿਹੜਾ ਆਮ ਲੋਕਾਂ ਦਾ, ਉਹਦੀ ਵੀ ਲੜਾਈ ਕਿਸਾਨ ਲੜ ਰਿਹਾ। ਇਸੇ ਕਰਕੇ ਇਹ ਕਹਿੰਦੇ ਨੇ ਲੋਕ ਕਿ ਸਮਰਥਨ ਚਾਹੀਦਾ ਕਿਸਾਨਾਂ ਨੂੰ ਸਮਰਥਨ ਕਰਨ ਦੀ ਲੋੜ ਹੈ। ਕਿਸਾਨੀ ਸੰਘਰਸ਼ ਨੂੰ ਬੜੇ ਨੇੜਿਓਂ ਹੋ ਕੇ ਦੇਖ ਕੇ ਆਏ ਆ। 2 ਦਿਨ ਸਿੰਘੂ ਤੇ ਕੁੰਡਲੀ ਬਾਰਡਰ ਤੇ ਬਿਤਾਏ ਨੇ। ਵੈਸੇ ਤਾਂ ਸਾਡੀਆਂ ਟੀਮਾਂ ਹਰੇਕ ਬਾਰਡਰ ਤੇ ਮੌਜੂਦ ਨੇ। ਕਿਸਾਨੀ ਸੰਘਰਸ਼ ਨਾਲ ਜੁੜੀ ਹਰ ਅਪਡੇਟ ਤੁਹਾਨੂੰ ਦਿੱਤੀ ਜਾਂਦੀ ਹੈ, ਚਾਹੇ ਉਹ ਗਰਾਊਂਡ ਰਿਪੋਰਟ ਹੋਵੇ ਜਾਂ ਸਟੂਡੀਓ 'ਚ ਬਹਿ ਕੇ ਭਾਜਪਾ ਦੇ ਲੀਡਰਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਹੋਵੇ। तमाम ਅਪਡੇਟਸ ਤੁਹਾਨੂੰ ਦਿੱਤੇ ਜਾਂਦੇ ਨੇ। ਪਰ ਫਿਰ ਵੀ
ਕਿਸਾਨਾਂ ਦੇ ਵਿੱਚ ਰਹਿ ਕੇ ਕਿਸਾਨਾਂ ਦੇ ਕੋਲ ਬੈਠ ਕੇ ਜੋ ਗੱਲਾਂ ਸਮਝਣ ਨੂੰ ਮਿਲੀਆਂ ਨੇ ਉਹਦੀ ਗੱਲ ਹੀ ਕੁਝ ਵੱਖਰੀ ਆ। ਅਗਲੇ ਕੁਝ ਮਿੰਟ ਤੁਸੀਂ ਮੇਰੇ ਨਾਲ ਬਣੇ ਰਹੋ, ਤੁਹਾਨੂੰ ਪੂਰੇ ਕੁੰਡਲੀ ਬਾਰਡਰ ਦੇ ਸਿੰਘੂ ਬਾਰਡਰ ਦੇ ਦਰਸ਼ਨ ਕਰਾ ਦਾਂਗੇ ਕਿ ਇਹ ਸੰਘਰਸ਼ ਕਿਵੇਂ ਚੱਲਦਾ। ਤਕਰੀਬਨ ਦੁਪਹਿਰ ਵੇਲੇ ਅਸੀਂ ਚੰਡੀਗੜ੍ਹ ਤੋਂ ਨਿਕਲੇ ਸੀ ਤੇ ਸ਼ਾਮ ਹੁੰਦੇ ਹੁੰਦੇ ਅਸੀਂ ਉੱਥੇ ਪਹੁੰਚੇ। ਜਦੋਂ ਅਸੀਂ ਪਹੁੰਚੇ ਤਾਂ ਨਜ਼ਾਰਾ ਹੀ ਕੁਝ ਵੱਖਰਾ ਸੀ। ਉੱਥੇ ਠੰਡ ਬਹੁਤ ਹੈ, ਰਾਤ ਨੂੰ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਅੱਕੇ ਥੱਕੇ ਹੋਏ ਕਿਸਾਨ ਜਦੋਂ ਰਾਤ ਨੂੰ ਆਰਾਮ ਕਰਦੇ ਨੇ ਤਾਂ ਅਕਸਰ ਚਰਚਾ ਛੇੜ ਲੈਂਦੇ ਨੇ ਕਿ ਹੁਣ ਕੀ ਹੋਏਗਾ, ਅੱਗੇ ਕਿਵੇਂ ਗੱਲ ਬਣੇਗੀ, ਕਦੋਂ ਤੱਕ ਇਹ ਸੰਘਰਸ਼ ਚੱਲਦਾ ਰਹੇਗਾ। ਪਰ ਇੱਕ ਗੱਲ ਤੇ ਸਾਰੇ ਹੀ ਅੜਿੱਗ ਨੇ ਕਿ ਜਦ ਤੱਕ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਅਸੀਂ ਵਾਪਸ ਨਹੀਂ ਜਾਣਾ। ਠੰਡ ਦੇ ਬਚਾਅ ਦੇ ਲਈ ਕਾਫੀ ਕੁਝ ਕੀਤਾ ਪਿਆ, ਖਾਸ ਤੌਰ ਤੇ ਜਿਹੜੇ ਕਿਸਾਨ ਭਰਾ ਟਰਾਲੀਆਂ 'ਚ ਰਹਿੰਦੇ ਨੇ, ਬਾ ਕਮਾਲ ਇੰਤਜ਼ਾਮ ਨੇ। ਅਸੀਂ ਖੁਦ ਰਾਤ ਟਰਾਲੀ ਦੇ ਵਿੱਚ ਬਿਤਾਈ, ਅਸੀਂ ਇਹ ਮਹਿਸੂਸ ਕਰਨਾ ਚਾਹੁੰਦੇ ਸੀਗੇ ਕਿ ਇਹ ਕਿਸਾਨ ਭਰਾ ਰਹਿੰਦੇ ਕਿਵੇਂ ਨੇ, ਅਸੀਂ ਦੇਖੀਏ ਇਹਨਾਂ ਦੇ ਇੰਤਜ਼ਾਮ ਕਿਵੇਂ ਨੇ। 2 ਰਾਤਾਂ ਅਸੀਂ ਟਰਾਲੀ ਦੇ ਵਿੱਚ ਕੱਟੀਆਂ। ਇੰਤਜ਼ਾਮ ਬਹੁਤ ਵਧੀਆ ਕੀਤਾ, ਥੱਲੇ ਪਰਾਲੀ ਵਿਛਾ ਕੇ ਉੱਤੇ ਗੱਦੇ, ਫਿਰ 2-2 3-3 ਕੰਬਲ, ਤੇ ਸਾਨੂੰ ਮਹਿਸੂਸ ਜ਼ਿਆਦਾ ਠੰਡ ਹੋਈ ਨਹੀਂ। ਪਰ ਅਸੀਂ ਇਹ ਮਹਿਸੂਸ ਜ਼ਰੂਰ ਕਰਨਾ ਚਾਹੁੰਦੇ ਸੀ, ਇਸੇ ਕਰਕੇ ਅਸੀਂ ਅੱਜ ਟਰਾਲੀ 'ਚ ਰਾਤ ਰਹੇ ਸੀਗੇ। बेटा मैं हरियाणा का रहने वाला हूँ, पानी पुल से रहा। ਸਵੇਰ ਦੇ ਨਿਤਨੇਮ ਤੋਂ ਹੀ ਇਹ ਸਾਰਾ ਕੰਮ ਸ਼ੁਰੂ ਹੋ ਜਾਂਦਾ। ਨਿਤਨੇਮ ਤੋਂ ਬਾਅਦ ਖਾਣ ਪੀਣ ਤੋਂ ਲੈ ਕੇ ਨਹਾਣ ਧੋਣ ਤੋਂ ਲੈ ਕੇ ਕੋਈ ਝਾੜੂ ਮਾਰ ਰਿਹਾ, ਕੋਈ ਸਫਾਈ ਕਰ ਰਿਹਾ। ਅਜਿਹੇ ਰੰਗ ਤੁਹਾਨੂੰ ਨਜ਼ਰ ਆਉਂਦੇ ਨੇ ਕਿ ਤੁਸੀਂ ਬਾਗੋ ਬਾਗ ਹੋ ਜਾਂਦੇ ਹੋ ਅਜਿਹੇ ਰੰਗ ਦੇਖ ਕੇ। आयो साथ संगत जी, चाह पी के जाओ, प्रसाद लेके जाओ जी, चाह लेके जाओ, पी के जाओ। ਜਦੋਂ ਸਿੰਘੂ ਬਾਰਡਰ ਤੋਂ ਤੁਸੀਂ ਚੱਲਦੇ ਹੋ ਕੁੰਡਲੀ ਬਾਰਡਰ ਵੱਲ ਨੂੰ, ਬੜੇ ਰੰਗ ਤੁਹਾਨੂੰ ਰਸਤੇ 'ਚ ਨਜ਼ਰ ਆਉਣਗੇ। ਕੁੰਡਲੀ ਬਾਰਡਰ ਦੇ ਬਿਲਕੁਲ ਅੰਤ ਦੇ ਵਿੱਚ ਮੁੱਖ ਸਟੇਜ ਲਗਾਈ ਗਈ ਹੈ ਜਿੱਥੇ ਸੰਬੋਧਨ ਕੀਤਾ ਜਾਂਦਾ ਹੈ। ਸਾਰਾ ਦਿਨ ਵੱਖੋ-ਵੱਖ ਮਹਿਮਾਨ ਆਉਂਦੇ ਨੇ, ਸੰਬੋਧਨ ਕਰਦੇ ਨੇ। ਕਦੇ ਕੋਈ ਕਲਾਕਾਰ ਆ ਗਿਆ, ਕਦੇ ਕੋਈ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਧਾਨ ਆ ਗਏ। ਹਰੇਕ ਵਰਗ ਵੱਲੋਂ ਜਦੋਂ ਉੱਥੇ ਸਮਰਥਨ ਦਿੱਤਾ ਜਾਂਦਾ, ਉਹਨਾਂ ਨੂੰ ਥੋੜਾ ਸਮਾਂ ਵੀ ਦਿੱਤਾ ਜਾਂਦਾ ਕਿ ਉਹ ਆਪਣੀ ਗੱਲ ਕਹਿਣ, ਅੱਗੇ ਦੀ ਰਣਨੀਤੀ ਬਣਾਉਣ। ਔਰ ਜਿਹੜੇ ਬੈਠਣ ਸੁਣਨ ਵਾਲੇ ਹੁੰਦੇ ਨੇ, ਬੜੇ ਸੋਚ ਸਮਝ ਕੇ ਉਹ ਵੇਖਦੇ ਨੇ। ਉਹਨਾਂ ਨੂੰ ਸਮਝ ਆਉਂਦਾ ਹੈ ਕਿ ਕਿਹੜਾ ਗੱਲ ਸਾਡੇ ਹੱਕ ਦੇ ਵਿੱਚ ਕਰ ਰਿਹਾ, ਕਿਹੜਾ ਗੱਲ ਸਾਡੇ ਪੱਖ ਦੇ ਵਿੱਚ ਕਰ ਰਿਹਾ। क्या आज तक हमारे देश में ये कानून बना कि अगर 8 रुपए में प्याज खरीदता है तो 16 रुपए से ज्यादा नहीं बेच सकता? क्या ये कानून देश में नहीं पड़ सकता? ऐसे भी लगते हैं, टैक्स देते हैं 2 लाख। ਇੰਨੇ ਲੰਗਰ ਨੇ ਉੱਥੇ, ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਦਿੱਲੀ ਕਮੇਟੀ ਹੋਵੇ, ਖਾਲਸਾ ਏਡ ਹੋਵੇ। ਇਸ ਤੋਂ ਇਲਾਵਾ ਜਿੰਨੇ ਕਿਸਾਨ ਭਰਾ ਨੇ, ਕਿਸਾਨ ਭਾਈਚਾਰੇ ਨੇ ਆਪੋ ਆਪਣੇ ਵੱਖਰੇ ਚੁੱਲ੍ਹੇ ਵੀ ਮੰਗਾਏ ਹੋਏ ਨੇ, ਵੱਖਰੀਆਂ ਰੋਟੀਆਂ ਵੀ ਬਣਦੀਆਂ ਨੇ। ਮਤਲਬ ਜੇ ਕੁਝ ਸ਼ਬਦਾਂ 'ਚ ਮੈਂ ਕਹਿਣਾ ਚਾਹਾਂ ਤੇ ਇੱਕ ਮੈਨੇਜਮੈਂਟ ਦੀ ਚੰਗੀ ਉਦਾਹਰਨ ਹੈ ਜਿਹੜੀ ਉੱਥੇ ਜਾ ਕੇ ਜਿੰਨੇ ਵੀ ਨੌਜਵਾਨਾਂ ਨਾਲ ਅਸੀਂ ਗੱਲ ਕੀਤੀ ਹੈ,
ਬਾਕਮਾਲ ਜਵਾਬ ਉਹਨਾਂ ਨੇ ਦਿੱਤੇ। ਸਰਕਾਰ ਦੀ ਇੱਕ ਇੱਕ ਗੱਲ ਦਾ ਜਵਾਬ ਤਰਕਾਂ ਸਮੇਤ ਦਿੱਤਾ ਕਿ ਸਰਕਾਰ ਦੀ ਮਨਸ਼ਾ ਕੀ ਹੈ, ਸਰਕਾਰ ਚਾਹੁੰਦੀ ਕੀ ਹੈ, ਔਰ ਨੌਜਵਾਨ ਨੂੰ ਇਹ ਬੜੇ ਚੰਗੀ ਤਰ੍ਹਾਂ ਸਮਝ ਆ ਚੁੱਕਾ। ਸਾਡੀਆਂ ਜ਼ਮੀਨਾਂ ਕਿਉਂ ਖੋਈ ਜਾ ਰਹੀ? ਕਿਉਂਕਿ ਅਸੀਂ ਜਾ ਰਹੇ ਹਾਂ ਇੱਥੋਂ। ਇਹ ਸਾਡੀ ਗਲਤੀ ਹੈ ਕਿ ਅਸੀਂ ਇੱਥੋਂ ਜਾ ਰਹੇ ਹਾਂ। ਸਰਕਾਰ ਤਾਂ ਇਹ ਵੀ ਕਹਿੰਦੀ ਸੀ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਹੋ ਚੁੱਕਾ। ਅਸੀਂ ਨਸ਼ੇੜੀ ਦੇਖਦੇ ਹਾਂ? ਸਾਡੇ ਚਿਹਰਿਆਂ ਤੇ ਜਿਹੜੀ ਲਾਲੀ ਹੈ ਨਸ਼ੇ ਨਾਲ ਆਈ ਹੋਈ ਆ। ਆਹ ਦੇਖੋ, ਆ ਮੇਰਾ ਵੀਰ ਹੈ, ਇਹਦੇ ਨਸ਼ੇੜੀ ਦਿਖਦਾ ਕਿਸੇ ਬੰਦੇ ਨੂੰ? ਨਹੀਂ ਜੀ ਨਹੀਂ, ਕਿਤੇ ਉਹ ਵੀ ਨਹੀਂ ਨਸ਼ੇੜੀ ਦਿਖਦਾ। ਸਾਡਾ ਯੂਥ ਜਿਹੜਾ ਹੈ ਨਾ ਮੱਖਣ ਮਲਾਈਆਂ ਨਾਲ ਪਲਿਆ ਆ ਤੇ ਨਸ਼ਿਆਂ ਨਾਲ ਨਹੀਂ ਪਲਿਆ। ਉੱਥੇ ਇੱਕ ਸ਼ਾਪਿੰਗ ਮਾਲ ਵੀ ਹੈਗਾ, TDI ਸ਼ਾਪਿੰਗ ਮਾਲ ਹੈ। ਉਹਦੀ ਪਾਰਕਿੰਗ ਦੇ ਵਿੱਚ ਜਿੱਥੇ ਪਹਿਲਾਂ ਕਦੇ ਗੱਡੀਆਂ ਖੜਦੀਆਂ ਸੀ, ਅੱਜ ਨਿਹੰਗ ਸਿੰਘਾਂ ਦੇ ਘੋੜੇ ਬੰਨੇ ਹੋਏ ਨੇ। ਮਤਲਬ ਤੁਸੀਂ ਜਦੋਂ ਤਸਵੀਰਾਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਇੰਜ ਲੱਗਦਾ ਕਿ ਤੁਸੀਂ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਆ ਗਏ ਹੋ। ਸਵੇਰ ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਲੰਗਰ ਚੱਲਦੇ ਰਹਿੰਦੇ ਨੇ, ਆਵਾਜ਼ਾਂ ਮਾਰਦੇ ਨੇ ਕਿ ਆ ਜਾਓ ਜੀ, ਲੰਗਰ ਛਕ ਲਓ ਜੀ। ਮਤਲਬ ਕੋਈ ਤੋਟ ਹੀ ਨਹੀਂ ਹੈ ਕਿਸੇ ਚੀਜ਼ ਦੀ। ਆਜੋ ਜੀ ਆਜੋ, ਗੁਰੂ ਦਾ ਲੰਗਰ ਤਿਆਰ ਆ, ਛਕ ਕੇ ਜਾਓ ਸੰਗਤ ਆਜੋ। ਬਦਾਮਾਂ ਵਾਲੀ ਖੀਰ ਆ, ਨਾਲ ਪ੍ਰਸ਼ਾਦਾ। ਇੰਨਾ ਅਕੀਦਾ ਦੇਖੋ, ਇੰਨੀ ਠੰਡ ਦੇ ਵਿੱਚ, ਇੰਨੇ ਸੰਘਰਸ਼ ਦੇ ਵਿੱਚ ਲੋਕ ਰਹਿ ਰਹੇ ਨੇ, ਪਰ ਹਾਲੇ ਵੀ ਅਰਦਾਸ ਉੱਥੇ ਸਰਬੱਤ ਦੇ ਭਲੇ ਦੀ ਕੀਤੀ ਜਾਂਦੀ ਹੈ ਕਿ ਸਰਬੱਤ ਦਾ ਭਲਾ ਪਰਮਾਤਮਾ ਜ਼ਰੂਰ ਕਰੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਬੋਲੇ ਸੋਨੇਗਾ। ਸੋ ਕੁੱਲ ਮਿਲਾ ਕੇ ਇੱਕ ਵਾਰ ਤੁਹਾਨੂੰ ਸੰਘਰਸ਼ 'ਚ ਜ਼ਰੂਰ ਜਾਣਾ ਚਾਹੀਦਾ। ਜਦੋਂ ਤੁਸੀਂ ਜਾਓਗੇ, ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਓਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਜਦੋਂ ਜਨਤਾ ਖੜੀ ਹੋ ਜਾਂਦੀ ਹੈ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਦੇ ਤਖਤ ਹਿਲ ਜਾਂਦੇ ਨੇ। ਤੇ ਉਹ ਵਾਕਈ ਉਸ ਦੀ ਇੱਕ ਉਦਾਹਰਨ ਤੁਹਾਨੂੰ ਕੁੰਡਲੀ ਤੇ ਸਿੰਘੂ ਬਾਰਡਰ ਜਾ ਕੇ ਨਜ਼ਰ ਆਏਗੀ। ਇੱਕ ਹੋਰ ਅਹਿਮ ਗੱਲ ਜਿਹੜੀ ਅਸੀਂ ਮਹਿਸੂਸ ਵੀ ਕੀਤੀ ਔਰ ਆਪਣੇ ਦਰਸ਼ਕਾਂ ਨਾਲ ਵੀ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਲੋਕ ਉੱਥੇ ਮਦਦ ਬਹੁਤ ਕਰ ਰਹੇ ਨੇ। ਕਰਨੀ ਵੀ ਚਾਹੀਦੀ ਹੈ, ਜਿੰਨੀ ਹੋਵੇ ਉਨੀ ਘੱਟ ਹੈ, ਉਨੀ ਮਦਦ ਕਰਨੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਕਰਨ ਤੋਂ ਪਹਿਲਾਂ ਉੱਥੇ ਜਿਹੜੀਆਂ ਜਥੇਬੰਦੀਆਂ ਨੇ, ਭਾਵੇਂ ਉਹ ਕਿਸਾਨ ਜਥੇਬੰਦੀਆਂ ਹੋਣ, ਗੁਰਦੁਆਰਾ ਕਮੇਟੀਆਂ ਹੋਣ, ਖਾਲਸਾ ਏਡ ਹੋਵੇ, ਉਹਨਾਂ ਤੋਂ ਪੁੱਛ ਲਿਆ ਜਾਵੇ ਤਾਂ ਬਿਹਤਰ ਰਹੇਗਾ ਕਿ ਕਿਸ ਚੀਜ਼ ਦੀ ਇੱਥੇ ਲੋੜ ਮਹਿਸੂਸ ਹੋ ਰਹੀ ਹੈ, ਕਿਸ ਚੀਜ਼ ਦੀ ਇੱਥੇ ਤੋਟ ਨਜ਼ਰ ਆਉਂਦੀ ਹੈ, ਤਾਂ ਹੀ ਉਹ ਅਸਲ ਮਾਇਨੇ ਦੇ ਵਿੱਚ ਉੱਥੇ ਉਹਨਾਂ ਦੀ ਮਦਦ ਹੋਏਗੀ। ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਜਦੋਂ ਅਸੀਂ ਉੱਥੋਂ ਨਿਕਲੇ ਕਿ ਇਹ ਸੰਘਰਸ਼ ਜਿੰਨਾ ਛੇਤੀ ਹੋਵੇ ਨਿਬੜੇ, ਕਿਉਂਕਿ ਜਿਹੜੀਆਂ ਫਿਕਰ ਵਾਲੀ ਗੱਲ ਹੈ, ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਜੋ ਕੁਰਬਾਨੀਆਂ ਇਸ ਸੰਘਰਸ਼ ਦੇ ਦੌਰਾਨ ਦਿੱਤੀਆਂ ਗਈਆਂ ਨੇ ਕਿਸਾਨਾਂ ਨੂੰ, ਉਹਦਾ ਮੁੱਲ ਜ਼ਰੂਰ ਪੈਣਾ ਚਾਹੀਦਾ। ਔਰ ਉਮੀਦ ਕਰਦੇ ਹਾਂ ਕਿ ਸਰਕਾਰਾਂ ਦੇ ਅੱਖ ਕੰਨ ਖੁੱਲ੍ਹਣ ਤੇ ਇਹਨਾਂ ਹਾਲਾਤਾਂ ਨੂੰ ਪਛਾਣਦੇ ਹੋਏ ਇਸ ਮਸਲੇ ਨੂੰ ਹੱਲ ਕਰਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜੀਓ। ਪਿਛਲੇ ਕੁਝ ਦਿਨਾਂ ਤੋਂ ਕਿਸਾਨ ਭਰਾ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਸੰਘਰਸ਼ ਕਰ ਰਹੇ ਹਨ ਤਾਂ ਜੋ ਭਾਰਤ ਸਰਕਾਰ ਵੱਲੋਂ ਖੇਤੀ ਵਿਰੁੱਧ ਬਣਾਏ ਕਾਲੇ ਕਾਨੂੰਨ ਵਾਪਸ ਕੀਤੇ ਜਾ ਸਕਣ। ਸੰਘਰਸ਼ ਕਰ ਰਹੀਆਂ ਸੰਗਤਾਂ ਉੱਤੇ ਸਤਿਗੁਰੂ ਜੀ ਕਿਰਪਾ ਕਰਨੀ, ਸਮੂਹ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ। ਇੰਨੀ ਠੰਡ ਦੇ ਵਿੱਚ ਸੰਗਤਾਂ ਬੈਠੀਆਂ ਹਨ, ਉਹਨਾਂ ਨੂੰ ਇਸ ਸੰਘਰਸ਼ ਦੇ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਜੀ। ਹਰ ਦੁਆਰ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਜੀ। ਆਪਣੇ ਹੱਕਾਂ ਦੀ ਲੜਾਈ ਵਾਲੇ ਸਾਰੇ ਕਿਸਾਨ ਵੀਰਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੇਵਾ ਕੀ ਲਾਜਪਤ ਰੱਖਣੀ। ਕਿਸਾਨ ਸੰਘਰਸ਼ ਦੇ ਦੌਰਾਨ ਪਰਲੋਕ ਸੁਧਾਰ ਗਏ, ਉਹਨਾਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਜੀ। ਪਰਾਵਨ ਕਰਾ ਪ੍ਰਸ਼ਾਦ ਦੀ ਦੇਗਰ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਦਰ ਤੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਆਪ ਜੀ ਦੇ ਦਰ ਤੇ ਜੋ ਵੀ ਸੰਗਤਾਂ ਆਈਆਂ ਹਨ, ਸਰਬੱਤ ਦੀਆਂ ਹਾਜ਼ਰੀਆਂ ਦਰਗਾਹੇ ਪ੍ਰਵਾਨ ਕਰੋ। ਆਪਣੇ ਦਰੋਂ ਘਰੋਂ ਗੁਰਸਿੱਖੀ ਨਾਮਦਾਨ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰੋ ਦਤਾਰ ਪਾਤਸ਼ਾਹ ਜੀਓ। ਸਮੂਹ ਸੰਗਤਾਂ ਨੂੰ ਇਸ ਸੰਘਰਸ਼ ਦੇ ਵਿੱਚ ਜੋ ਵੀ ਤਨ ਮਨ ਧਨ ਦੇ ਨਾਲ ਸੇਵਾ ਕਰ ਰਹੀਆਂ ਹਨ,
ਸਭ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰੋ। ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਖੁਸ਼ੀ ਜਾਵੇ, ਸੁਖ ਹੋਵੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ